अपना पेट्रोल की कीमत अपना पाकिस्तान कल दा मैं कीता फोन ते आंदे ने 300 तो उत्ते चला गया, वध गई पेट्रोल की कीमत। ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਕਿ ਕੀ ਵਜ੍ਹਾ ਹੋਈ ਹੈ, ਕਿਉਂ ਆਪਣਾ ਮਹਿੰਗਾ ਹੋਇਆ? ਵੇਖੋ ਜੀ, ਇਹ ਜਿਹੜੀ ਵਜ੍ਹਾ ਹੋਈ ਹੈ ਤੇਲ ਵਧਣ ਦੀ, ਜੀ ਜੀ ਇਹ ਅਗਰ ਇਹ ਤਾਂ ਬੜਾ ਖੁੱਲਾ ਰਾਜ ਹੈ ਕਿ ਦੁਨੀਆ 'ਚ ਤੇਲ, ਇਹ ਸਿਰਫ ਪਾਕਿस्तान नहीं, ਜੀ जर्मनी 'ਚ ਵੀ ਤੇਲ ਵਧਿਆ ਹੈ, ਇੰਗਲੈਂਡ 'ਚ ਵੀ, ਫਰਾਂਸ और मुख्तलिफ मुमालिका, इवन के अमेरिका 'ਚ ਜੀ भी तेल ਵਧਿਆ ਹੈ। ਜੀ पूरी वजह हुई है कि जंग लग गई है, रस्ते बंद हो गए ने, ਜੀ तेल दे ਜਿਹੜੇ तेल ਦੀ दौलत तो मालामाल मुल्क ने उथों डिलीवरी नहीं हो रही ਜੀ और दुनिया ਦੇ ਉੱਤੇ तेल ਚੋਂ का सप्लाई ਘੱਟ ਹੋ ਰਿਹਾ ਤੇ ਅੱਗੋਂ ਜਿਹੜਾ ਨਾ और कीमਤਾਂ ਵੱਧ ਗਈਆਂ ਨੇ। ਤੇ ਇਹ ਸਿਰਫ ਉੱਥੇ ਨਹੀਂ ਹੋਇਆ, ਪਾਕਿਸਤਾਨ 'ਚ ਨਹੀਂ ਹੋਇਆ, ਲੇਕਿਨ ਇਹ ਪੂਰੀ ਦੁਨੀਆ 'ਚ ਹੋਇਆ। ਜੀ ਤੇ ਇਹ ਬਦਕਿਸਮਤੀ ਇਹ ਵੇ ਕਿ ਇੱਕ ਪਾਸੇ ਤੇਲ ਵੱਧ ਗਿਆ, ਤੁਹਾਨੂੰ ਪਤਾ ਰਾਤੋਂ ਰਾਤ 50-55 ਰੁਪਏ ਵਧਿਆ ਤੇਲ। ਇੱਥੇ ਜਰਮਨ ਲੇਕਿਨ ਵੀ ਸੁਣਿਆ ਆਪਣਾ ਤੇ ਹਾਂ, ਜਰਮਨ 'ਚ ਵਧਿਆ, ਮੈਂ ਦੱਸਣਾ 50-55 ਰੁਪਏ ਤੇਲ ਵਧਿਆ ਹੋਵੇ। ਜੀ ਤੇ ਤੁਸੀਂ ਇਹ ਵੇਖੋ ਕਿ ਉਹਦੇ ਨਾਲ ਹਰ ਚੀਜ਼ ਵੱਧ ਗਈ ਵਧ ਗਈ, ਔਰ ਵਧੇਗੀ। ਕਿਰਾਏ ਵੱਧ ਗਏ ਨੇ, ਦੁੱਧ ਦੇ ਪੈਸੇ ਵੱਧ ਗਏ ਨੇ, ਦਵਾਈਆਂ ਦੇ ਵੱਧ ਜਾਂਦੇ, ਕੀਮਤਾਂ ਵੀ ਹੈ ਵਧ ਗਈਆਂ। ਫਿਰ ਉੱਥੇ ਮਾਫੀਆ ਜਿਹੜਾ ਉਹਦੇ ਨਾਲ ਤਲਕ ਵੀ ਨਹੀਂ, ਉਹਦੇ ਵੀ ਪੈਸੇ ਵਧਣਦੇ, ਜੀ ਕੰਟਰੋਲ ਤੇ ਹੈ ਨਹੀਂ। ਜੀ ਜੀ ਅੱਛਾ, ਉਹਦਾ ਅਸਰ ਕੀ ਹੋਏਗਾ? ਸਿਰਫ ਔਰ ਸਿਰਫ ਆਵਾਮ ਤੇ ਗਰੀਬ ਲੋਕਾਂ ਦੇ ਹੋਏਗਾ। ਜੀ ਜੀ ਜਿਹੜੇ ਅਸ਼ਰਫੀਆ ਵੇ, ਜਿਹੜੇ ਹਕੂਮਤ ਚ ਨੇ, ਜਿਹੜੇ ਵਿਧਾਨ ਵਾਲੇ ਨੇ, ਜੀ ਉਹਨਾਂ ਦੀ ਸਿਹਤ ਦੇ ਉੱਤੇ ਹਲਕਾ ਜਿਹਾ ਫਰਕ, ਨਾ ਉਹਨਾਂ ਦਾ ਬਲੱਡ ਪ੍ਰੈਸ਼ਰ ਉੱਤੇ ਹੋਣਾ ਹੈ, ਨਾ ਉਹਨਾਂ ਦਾ ਥੱਲੇ ਹੋਣਾ ਹੈ। ਉਹਨਾਂ ਨੂੰ ਪਤਾ ਹੀ ਨਹੀਂ ਤੇਲ ਕਿੱਥੋਂ ਹੁੰਦਾ ਹੈ, ਕਿੱਥੋਂ ਉਹਨਾਂ ਦੇ ਖਰਚੇ ਪੂਰੇ ਹੋ ਰਹੇ ਨੇ। ਜੀ ਬਦਕਿਸਮਤੀ ਇਹ ਵੇ ਕਿ ਸਾਡੇ ਮੁਲਕ ਦੇ ਵਸਾਇਲ ਦੇ ਉੱਤੇ 78 ਸਾਲ ਤੋਂ ਕਬਜ਼ਾ ਵੇ, ਜੀ ਔਰ ਇਹ ਵਸਾਇਲ ਜਿਹੜਾ ਨਾ ਇਹਨੂੰ ਨੋਚ ਕੇ ਤੇ ਇਹ ਹੜਪ ਕਰ ਗਏ ਨੇ ਸਾਰੇ, ਜਿੰਨੇ ਵੀ ਸਿਆਸਤਦਾਨ ਨੇ, ਜੀ ਜੀ ਚਾਹੇ ਉਹ ਆਪੋਜੀਸ਼ਨ ਚ ਨੇ ਤੇ ਚਾਹੇ ਉਹ ਜੀ ਇਕਤਦਾਰ ਚ ਨੇ ਨਾ। ਜੀ ਜੀ ਸਾਰਿਆਂ ਦੀ ਬਿਮਾਰੀ ਇਹ ਹੀ ਹੈ ਕਿ ਉਹ ਕੋਈ ਕਿਧਰੇ ਮਾਮਲਾ ਹੁੰਦਾ, ਮਹਿੰਗਾਈ ਪਾਕਿਸਤਾਨ ਵੱਧ ਜਾਂਦੀ, ਹੁਣ ਬਿਜਲੀ ਦਾ ਰੇਟ ਵੀ ਵਧੇਗਾ। ਜੀ ਜੀ ਤੇ ਸਾਡੀ ਬਦਕਿਸਮਤੀ ਇਹ ਵੇ ਕਿ ਉਹਦੇ ਨਾਲ ਅਗਰ ਚਲੋ ਤੇਲ ਵੱਧ ਗਿਆ, ਕੋਈ ਮਸਲਾ ਹੋ ਗਿਆ, ਦੁਨੀਆ ਸਮਝ ਗਈ ਇਸ ਗੱਲ ਨੂੰ, ਜੀ ਲੇਕਿਨ ਦੂਜੀਆਂ ਕੋਈ ਸਹੂਲਤਾਂ ਦੇ ਦਿਓ। ਹਾਂਜੀ ਕੋਈ ਐਸੀ ਪ੍ਰੋਡਕਟਾਂ ਜਿਹੜੀ ਪਾਕਿਸਤਾਨ 'ਚ ਪੈਦਾ ਹੁੰਦੀਆਂ ਨੇ, ਜੀ ਉਹਨਾਂ ਤੇ ਰਿਲੀਫ ਦੇ ਦਿਓ, ਉਹਨਾਂ ਦੇ ਟੈਕਸ ਮਾਫ, ਤਾਂ ਕਿ ਲੋਕਾਂ ਦੀ ਰੋਟੀ ਖਾਣੀ ਆਸਾਨ ਹੋਵੇ, ਜੀ ਲੋਕਾਂ ਦੀ ਤਨਖਾਹਾਂ ਵਧਾ ਦਿਓ, ਲੋਕਾਂ ਦੀ ਕੋਈ ਤੇ ਖਰੀਦ ਵਧੇ, ਇਲਾਜ ਫ੍ਰੀ ਕਰ ਦਿਓ, ਆਪਣਾ ਪੈਸੇ ਘਟਾ ਦੇਣਾ, ਟੈਕਸ ਦੇ ਪੈਸੇ। ਹਾਂ, ਟੈਕਸ ਦੇ ਪੈਸੇ। ਤੁਸੀਂ ਵੇਖੋ ਕਿ ਜਰਮਨੀ ਦੇ ਵਿੱਚ ਜਦੋਂ ਕੋਵਿਡ ਆਇਆ, ਪੂਰੀ ਦੁਨੀਆ 'ਚ ਆਇਆ, ਜਰਮਨੀ 'ਚ ਵੀ ਆਇਆ, ਇਹਨਾਂ ਨੇ ਕੀ ਕੀਤਾ ਹੈ? ਲੋਕਾਂ ਦੀ ਇਨਕਮ ਘਟ ਗਈ ਸੀ, ਇਹਨਾਂ ਨੇ ਤੁਹਾਨੂੰ ट्रेन की टिकट जी 30-35 यूरो की देती है, रिलीफ देता, रिलीफ देता। पूरी जर्मनी जिथे मर्जी जाओ, जी जी खान पीन दी चीज़ां ते टैक्स घटाता, सस्तियां कर दी। ते साडे जेहड़ी गल हुंदी है, ओ कहंदे ने पा दो गरीबां दे, पा दो गरीबां दे। हां, ते ए वजह तेल दी घटना कोई ऐसी गल नहीं है, लेकिन दुनिया दे उत्ते चूंकि एक माफिया दा कब्जा है, और उस माफिया दे प्लान दे तहत गरीब पैसे जा रहे ने, गरीबां दे उत्ते जेहड़े अशराफिया वे। ਹੁਣ ਵੇਖੋ ਇਸ ਟਾਈਮ ਆਪੋਜੀਸ਼ਨ ਜਿਹੜੀ ਹੈ, ਜੀ ਜੀ ਉਹ ਬੜਾ ਸ਼ੋਰ ਪਾ ਰਹੀ ਹੈ, ਆਵਾਮ ਲਈ ਬੜੀ ਆਵਾਜ਼ ਚੁੱਕ ਰਹੀ ਹੈ ਕਿ ਤੇਲ ਦੀ ਕੀਮਤ ਘਟਾਓ, ਤੇਲ ਰਾਤੋਂ ਰਾਤ ਕਿਉਂ ਵਧਾਤਾ ਵੇ। ਜੀ ਅੱਛਾ, ਉਹ ਹਕੂਮਤ ਸਫਾਈਆਂ ਦੇ ਰਹੀ ਹੈ, ਜੀ ਲੇਕਿਨ ਇਹ ਸਿਰਫ ਸਿਆਸਤ ਹੋਣ ਰਹੀ ਹੈ। ਹਾਂਜੀ ਜਦੋਂ ਇਹ ਪਾਰਟੀ ਜਿਹੜੀ ਹਕੂਮਤ 'ਚ ਇੱਧਰ ਸੀ, ਜੀ ਤੇਲ ਵੱਧਦਾ ਸੀ ਕਿਸੇ ਵਜ੍ਹਾ ਤੋਂ, ਦੁਨੀਆ ਦੇ ਹਾਲਾਤ ਦੀ ਵਜ੍ਹਾ ਤੋਂ, ਤੇ ਉਹ ਬਕ ਸ਼ੁਰੂ ਕਰ ਦਿੰਦੇ ਸਨ। ਜੀ ਜੀ ਹੈ ਆਵਾਮ ਨਾਲ ਹਮਦਰਦੀ ਕੋਈ ਨਹੀਂ ਹੈ, ਆਵਾਮ ਨੂੰ ਇਹਨਾਂ ਕੋ ਇੰਨੇ ਵਸਾਇਲ ਨੇ, ਜਾਤੀ ਉਪਰਾ ਵੇਚ ਦਿਓ, ਬਲਾਵਲ ਹਾਊਸ ਵੇਚ ਦਿਓ, ਕੋਈ ਨਹੀਂ ਵੇਚਦੇ ਹੈ। ਹਰ ਸੂਬੇ 'ਚ, ਹਰ ਜ਼ਿਲ੍ਹੇ 'ਚ, ਹਰ ਸ਼ਹਿਰ ਦੇ ਵਿੱਚ ਇੱਕ ਮਾਫੀਆ ਡਾਊਨ ਬੈਠਾ ਹੈ। ਜੀ ਜੀ ਬਿਲਕੁਲ ਇੰਦੀ ਗੱਲ ਠੀਕ ਹੈ, ਉਹਨਾਂ ਦੀ ਬਦਨਸਲਾਂ ਨੇ, ਪਾਰਟੀਆਂ ਬਦਲ ਦਿੰਦੇ ਨੇ, ਗੱਡੀਆਂ ਬਦਲ ਦਿੰਦੇ ਨੇ, ਇਹਨਾਂ ਜਾਇਦਾਦਾਂ ਵੇਚ ਕੇ ਦਿਓ ਗਰੀਬਾਂ ਨੂੰ। ਜੀ ਜੀ ਬਿਲਕੁਲ। ਤੇ ਜਾਂ ਫਿਰ ਗਰੀਬ ਹੀ ਐਸੇ ਕਾਬਲ ਨੇ, ਉੱਠਣ ਗਰੀਬ, ਇਹਨਾਂ ਦੇ ਮਹਿਲਾਤ ਨੂੰ ਅੱਗਾ ਲਾਣ, ਆਪੇ ਹਿੰਮਤ ਕਰਨ ਦੇ ਤੇ ਹੋਣਾ ਹੈ। ਮੈਂ ਤੁਹਾਨੂੰ ਦੱਸ ਦਿਆਂ, श्रीलंका ਦਾ ਸਾਹਿਬ, ਹਾਂਜੀ, श्रीलंका ਦਾ ਹਿਸਾਬ ਹੋਣਾ ਹੈ। ਇਹਨਾਂ ਕੋ ਕੋਈ ਉਮੀਦ ਨਹੀਂ ਹੈ। ਹਾਲਾਤ ਇੰਜ ਹੀ ਇਹ ਚੀਜ਼ ਹੈ ਜਿਹੜੀ ਬੜੀ ਪਰੇਸ਼ਾਨ ਹੈ। ਹਾਂ, ਔਰ ਕੱਲ ਉਹ ਵੇਖਿਆ ਇੱਕ ਵਾਕਿਆ, ਉਹ ਪੈਟਰੋਲ ਪੰਪ ਤੇ ਆਪਣਾ ਕੀਮਤ ਤੋਂ ਲੜ ਪਏ ਨੇ ਆਪਸ ਹਾਂਜੀ, ਤੇ ਉਹਨਾਂ ਨੇ ਉਹ ਬੰਦਾ ਇੱਕ ਮਾਰ ਦਿੱਤਾ ਆਪਣਾ ਉੱਥੇ ਮਰਹਿਲ ਲਾਹੌਰ ਦਾ। ਮੁੱਲ ਪਿਆ, ਕੋਈ ਮੁੱਲ ਨਹੀਂ ਪਿਆ, ਕੋਈ ਮੁੱਲ ਨਹੀਂ ਪੈਣਾ। ਉਹਨਾਂ ਦੇ ਫਾਇਰਿੰਗ, ਉਹ ਗਾਰਡ ਜਿਹੜੇ ਲੱਗੇ ਹਨ, ਪਤਾ ਨਹੀਂ ਉਹਨਾਂ ਨੇ ਉਹਨਾਂ ਫਾਇਰਿੰਗ ਕਰ ਦਿੱਤੀ ਤੇ ਉਹ ਬੰਦਾ ਇੱਕ ਆਪਣਾ ਕਲਮ, ਤੇ ਉਹ ਵਿਚਾਰੇ ਦੀ ਜਾਨ ਗਈ ਨਾ ਆਪਣਾ ਬੇਫਜ਼ੂਲ। ਨਹੀਂ, ਸਾਡੀਆਂ ਜਾਨਾਂ ਨੇ, ਅਸੀਂ ਜ਼ਿੰਦਾ ਮੁਰਦੇ ਨਹੀਂ ਆਏ। ਭੈਣ 35 ਸਾਲ ਸਾਨੂੰ ਹੋ ਗਏ ਨੇ ਇੱਥੇ ਰਹਿੰਦੇ ਆ, ਹੈ ਇਹੋ ਜਿਹੇ ਹਾਲਾਤ ਹੀ ਨਹੀਂ ਆਏ ਇੱਥੇ ਘਰ ਆਏ। ਅਸੀਂ ਪਾਕਿਸਤਾਨ ਦੇ ਮੁਆਸ਼ੀ ਸਿਪਾਹੀ ਹਾਂ, ਅਸੀਂ ਆਪਣੇ ਘਰਦਿਆਂ ਤੋਂ, ਭੈਣਾਂ ਭਰਾਵਾਂ ਤੋਂ, ਵਾਲਦੈਨ ਤੋਂ, ਬੱਚਿਆਂ ਤੋਂ, ਆਪਣੇ ਰਿਸ਼ਤੇਦਾਰਾਂ ਤੋਂ, ਆਪਣੀ ਗਲੀਆਂ ਤੋਂ, ਆਪਣੇ ਮਾਹੌਲ ਤੋਂ, ਆਪਣੇ ਮੁਆਸ਼ਰੇ ਤੋਂ, ਖੁਸ਼ੀਆਂ ਗਮੀਆਂ ਤੋਂ ਮੁਬਾਰਕ ਹੋ ਕੇ ਇੱਥੇ ਦਿਨ ਰਾਤ ਖੋਤਿਆਂ ਦੀ ਤਰ੍ਹਾਂ ਅਸੀਂ ਕੰਮ ਕਰਕੇ ਪੈਸੇ ਭੇਜਨੇ ਆ, ਤੇ ਸਾਨੂੰ ਕੀ ਰਿਟਰਨ ਹੈ? ਹੁਣ ਤੱਕ ਤਾਂ ਕੋਈ ਐਸੇ ਹਾਲਾਤ ਹੀ ਨਹੀਂ ਕਿ ਅਸੀਂ ਜਾ ਕੇ ਬਾਅਦ ਹੋ ਜਾਈਏ। ਹਜੇ ਵੀ ਸਾਰਿਆਂ ਦੇ ਉੱਤੇ ਹਾਲਾਤ ਨੇ। ਬਿਲਕੁਲ ਬਿਲਕੁਲ, ਸਾਡੇ ਆਪਣਿਆਂ ਦੇ ਵੀ ਉਹੀ ਹਾਲਾਤ ਨੇ। ਬਿਲਕੁਲ, ਮਹਿੰਗਾਈ ਇੰਨੀ ਹੈ, ਸੜਕਾਂ ਬਣਾਉਣ ਲੱਗ ਜਾਂਦੇ ਨੇ, ਬਜਾਏ ਸੜਕਾਂ ਬਰਾਬਰ ਕਰਨ ਦੇ ਉਹ ਉੱਚੀਆਂ ਕਰੀ ਜਾਂਦੇ ਨੇ, ਘਰ ਨੀਵੇਂ ਹੋ ਜਾਂਦੇ ਨੇ, ਹਰ ਪਾਸਿਓਂ ਗਰੀਬ ਫਿਸਦਾ ਪਿਆ। ਓਵਰਸੀਜ਼ ਪਾਕਿਸਤਾਨੀ ਦੀ ਕੋਈ ਜ਼ਿੰਦਗੀ ਹੈ, ਉੱਥੇ ਅਗਰ ਤੁਹਾਡੇ ਘਰ ਰਿਸ਼ਤੇਦਾਰ ਨੇ ਨਾ, ਖਰਚੇ ਵਧੇ ਨੇ,
ਤੁਹਾਨੂੰ ਫੋਨ ਆਉਣੇ ਨੇ ਐਤਕੀ 50,000 ਨਾ ਭੇਜਿਆ ਜੇ ਯਾਰ 10,000 ਹੋਰ ਭੇਜ ਦਿਆ ਜੇ। ਬਿਲਕੁਲ ਬਿਲਕੁਲ ਹੈਂ? ਹਾਂਜੀ ਉਹਨਾਂ ਤੇ ਵਿਚਾਰੇ ਫਿਰ ਉਹ ਹਾਂ ਹੋਰ ਰਿਸ਼ਤੇਦਾਰ ਤੁਹਾਨੂੰ ਜ਼ਾਰੀ ਉਹ ਜ਼ਰੂਰਤਮੰਦ ਨੇ। ਬੜੇ ਬੜੇ ਬੰਦੇ ਜਿਹੜੇ ਵਿੱਚ ਵੇਖੇ ਹਨ ਜਿਹੜੇ ਖਾਂਦੇ ਪੀਂਦੇ ਹਨ ਉਹ ਵੀ ਹੁਣ ਵਿਚਾਰੇ ਆਂਦੇ ਨੇ ਕਿ ਸਾਡੀ ਹੈਲਪ ਕਰੋ। ਤੇ ਇਸ ਵਾਸਤੇ ਹਕੂਮਤ ਨੂੰ ਸੋਚਣਾ ਚਾਹੀਦਾ ਹੈ ਔਰ ਉਸ ਤੋਂ ਬਾਅਦ ਆਵਾਮ ਨੂੰ ਸੋਚਣਾ ਚਾਹੀਦਾ ਹੈ ਕਿ ਇਹ ਲੀਡਰ ਲੂਡਰ ਕੋਈ ਨਹੀਂ ਆਪਣੇ ਅੰਦਰ ਕਿਆਦਤ ਪੈਦਾ ਕਰਨ, ਬਿਲਕੁਲ ਜੀ ਬਿਲਕੁਲ। ਫੇਰ ਹੀ ਕੋਈ ਹਾਲਾਤ ਬਦਲਣ ਦੇ। ਇਹ ਜਿਹੜਾ ਨਾਇਮ ਸਾਹਿਬ ਹੈ ਇਹ ਓਵਰਸੀਜ਼ ਦਾ ਦੁੱਖ ਹੈ। ਹਾਂਜੀ ਜਿਹੜਾ ਸੰਧੂਆਂ ਰਲ ਕੇ ਤੇ ਕਹਿ ਲੋ ਕਿ ਨੋਆ ਕੀਤਾ ਵੇ, ਇਹ ਹਜੇ ਤੇ ਹੱਥ ਹੌਲਾ ਰੱਖਿਆ ਵੇ ਤੇ ਸ਼ਾਹ ਸਾਹਿਬ ਦੇ ਕਹਿਣ ਨਾਲ ਨਾਰਮਲ ਅਸੀਂ ਇਸ ਤੋਂ ਜ਼ਿਆਦਾ ਦੁਖੀ ਹਾਂ। ਨਹੀਂ ਨਹੀਂ ਬਿਲਕੁਲ ਕੀ ਹਾਲ ਹੈ? ਵੇਖੋ ਜੀ ਇੱਕ ਬੰਦਾ ਵਿਚਾਰਾ ਓਵਰਸੀਜ਼ ਪ੍ਰਦੇਸ਼ ਚ ਮਿਹਨਤ ਕਰਦਾ ਹੈ, ਕੰਮ ਕਰਦਾ ਹੈ, ਮਿਹਨਤ ਕਰਕੇ ਘਰ ਪੈਸੇ ਭੇਜਦਾ, ਪਿੱਛੇ ਮਹਿੰਗਾਈ ਇੰਨੀ ਹੈ ਕਿ ਉਹ ਪਿੱਛੇ ਵੀ ਆਪਣਾ ਪੈਸੇ ਦਾ ਪਤਾ ਹੀ ਨਹੀਂ ਲੱਗਦਾ, ਗੁਜ਼ਾਰਾ ਹੀ ਨਹੀਂ ਆਪਣਾ, ਬੜੀ ਮੁਸ਼ਕਲ ਹੋ ਰਹਾ ਨੇ ਲੋਕਾਂ ਦੇ। ਸਾਡੇ ਤਾਂ ਟੈਲੀਫੋਨ ਨੇ ਅਸੀਂ ਇਸਤੇਮਾਲ ਨਹੀਂ ਕਰ ਸਕਦੇ, ਇੰਨੇ ਨੇ ਆ ਰਹੇ ਨੇ। ਉਹ ਬਿੱਲ ਵੇਖੋ ਤੇ ਇੰਜ ਲੱਗਦਾ ਕਿ ਪ੍ਰੂਫ ਲਾਇਆ ਤਾਂ ਬੰਦਾ ਮੋਬਾਈਲ ਨਹੀਂ ਕੱਟ ਸਕਦਾ। ਉੱਥੇ ਜਿਹੜੇ ਨੇ ਉਹ ਲੈਣ ਆਪਣਾ ਮਹਿੰਗੇ, ਆਪਣਾ ਹਰ ਚੀਜ਼ ਬੜੀ ਮਹਿੰਗੀ। ਮੇਰੀ ਤੇ ਓਵਰਸੀਜ਼ ਪਾਕਿਸਤਾਨ ਨੇ ਗੁਜ਼ਾਰਿਸ਼ ਹੈ ਕਿ ਕੋਈ ਵੀ ਸਿਆਸੀ ਲੀਡਰ ਜਾਂ ਕੋਈ ਹਕੂਮਤੀ ਰਹਿਨੁਮਾ ਆਵੇ ਉਹਨੂੰ ਇਸਤਕਬਾਲੀਏ ਕਿਉਂ ਦਿੰਦੇ ਹੋ ਕਿ ਆਪਣੀ ਫੋਟੋਗ੍ਰਾਫੀ ਦੇ ਚੱਕਰ ਦੋ ਚਾਰ ਬੰਦੇ ਅਗਰ ਉਹਨਾਂ ਤਲਕਾਤ ਹੁੰਦੇ ਨੇ ਤਾਂ ਉਹਨਾਂ ਕੋਲ ਇਕੱਲੇ ਬੁਲਾ ਲਿਆ ਕਰ। ਇੰਨੇ ਪੈਸੇ ਜਦੋਂ ਲਾ ਕੇ ਸ਼ੋਸ਼ਾ ਮਾਰਦੇ ਹੋ, ਛਿੱਤਰ ਮਾਰਿਆ ਕਰੋ, ਆਪਣੇ ਕੰਮ ਹੁੰਦੇ ਨੇ ਸਰਕਾਰੀ ਕੰਮ ਕਰਕੇ ਜਾਣ। ਬਿਲਕੁਲ ਤੇ ਸਾਡੇ ਤੇ ਰਹਿਮ ਕਰਨ ਔਰ ਪਾਕਿਸਤਾਨ ਦੇ ਹਾਲਾਤ ਨੂੰ ਬਿਹਤਰ ਕਰਨ, ਲੋਕਾਂ ਨੂੰ ਰਿਲੀਫ ਦੇਣ। ਅਗਰ ਤੇਲ ਚ ਨਹੀਂ ਰਿਲੀਫ ਦੇ ਸਕਦੇ ਹੋਰ ਚੀਜ਼ਾਂ ਦੇ, ਦਵਾਈਆਂ ਸਸਤੀ ਕਰ ਦੇਣ, ਆਟਾ ਸਸਤਾ ਕਰ ਦੇਣ, ਬਿਲਕੁਲ ਜੀ ਬਿਲਕੁਲ, ਤਨਖਾਹਾਂ ਵਧਾ ਦੇਣ, ਬਿਲਕੁਲ ਜੀ, ਆਪਣੀ ਯਸ਼ੇ ਘਟਾ ਲਓ, ਆਪਣੇ ਅਲਾਉਂਸਸ ਘਟਾ ਲਓ, ਇਹ ਆਵਾਮ ਨੂੰ ਕੋਈ ਦਿਓ। ਤੁਸੀਂ ਐਡੇ ਗਰੀਬ ਲੋਕ ਹੋ। ਫਿਰ ਵੇਖੋ ਬਖਤੀ ਇਹ ਵੇ ਕਿ ਜਦੋਂ ਤਨਖਾਹਾਂ ਅਲਾਉਂਸ ਬਣਾਉਂਦੇ ਨੇ ਸਾਰੇ ਇਕੱਠੇ ਹੋ ਜਾਂਦੇ ਨੇ, ਬਿਲਕੁਲ ਕੋਈ ਇੱਕ ਮੁਖਾਲਫਤ ਨਹੀਂ ਕਰਦਾ ਹੈ। ਬਿਲਕੁਲ ਜੀ। ਤੇ ਇਹ ਬਜਾਏ ਇਸ ਕਿ ਆਵਾਮ ਦਾ ਤੇਲ ਕੱਢਣ ਦੇ, ਆਵਾਮ ਨੂੰ ਚਾਹੀਦਾ ਕਿ ਇਹਨਾਂ ਸਿਆਸਤਦਾਨਾਂ ਨੂੰ ਹਰ ਇਲਾਕੇ 'ਚ ਫੜ ਕੇ ਨਾ ਮਸ਼ੀਨਾਂ ਹੀ ਦੇ ਕੇ ਨਾ ਤੇਲ ਕੱਢਣ। ਹਾਂਜੀ ਬਹੁਤ ਸ਼ੁਕਰੀਆ ਜੀ। ਹੁਣ ਇਹ ਸਾਡੇ ਓਵਰਸੀਜ਼ ਦਾ ਦੁੱਖ ਸੀ, ਅਸੀਂ ਬਿਆਨ ਕਰਦੇ ਹਾਂ। ਮਿਹਰਬਾਨੀ ਮਹਿਮੂਦ ਸਾਹਿਬ, ਬਹੁਤ ਮਿਹਰਬਾਨੀ ਤੁਹਾਡਾ ਸ਼ੁਕਰੀਆ ਸ਼ਾਹ ਸਾਹਿਬ, ਤੁਸੀਂ ਮੌਕਾ ਦਿੱਤਾ। ਬਹੁਤ ਮਿਹਰਬਾਨੀ ਸਰ, ਥੈਂਕ ਯੂ। ਓਕੇ ਜੀ, ਓਕੇ ਜੀ। ਓਕੇ ਜੀ।